ਪਿਆਰੇ ਵਿਦਿਆਰਥੀਓ, ਅੱਜ ਆਪਾਂ ਗੱਲ ਕਰਾਂਗੇ ਭਰਤ ਮੁਨੀ ਦੇ ਰਸ ਸਿਧਾਂਤ ਦੇ ਰਸਾਂ ਦੇ ਭੇਦਾਂ ਬਾਰੇ ਤੇ ਰਸਾਂ ਦੇ ਪ੍ਰਕਾਰ ਬਾਰੇ। ਜਿਵੇਂ ਕਿ ਪਹਿਲੇ ਲੈਕਚਰ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਭਰਤ ਮੁਨੀ ਭਾਰਤੀ ਕਾਵਿ ਸ਼ਾਸਤਰ ਦਾ ਆਦਿ ਆਚਾਰੀਆ ਹੈ। ਉਸ ਤੋਂ ਪਹਿਲਾਂ ਵੀ ਕਾਵਿ ਸ਼ਾਸਤਰ ਦੇ ਵਿੱਚ ਬਹੁਤ ਸਾਰੇ ਆਚਾਰੀਆਂ ਨੇ ਕਾਰਜ ਕੀਤਾ, ਪਰ ਉਹਨਾਂ ਦਾ ਕੀਤਾ ਹੋਇਆ ਕਾਰਜ ਸਾਨੂੰ ਪੁਸਤਕ ਰੂਪ 'ਚ ਨਹੀਂ ਮਿਲਦਾ, ਜਦ ਕਿ ਉਹਨਾਂ ਦੇ ਹਵਾਲੇ ਭਰਤ ਮੁਨੀ ਦੇ ਗ੍ਰੰਥ ਦੇ ਵਿੱਚ ਜ਼ਰੂਰ ਮਿਲਦੇ ਹਨ। ਰਸ ਸਿਧਾਂਤ ਤੇ ਰਸ ਸੰਪਰਦਾਇ ਭਾਰਤੀ ਕਾਵਿ ਸ਼ਾਸਤਰ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ। ਪਿਛਲੇ ਲੈਕਚਰ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਭਰਤ ਦੇ ਸੂਤਰ, ਜੋ ਰਸ ਬਾਰੇ ਉਹਨਾਂ ਦਾ ਦਿੱਤਾ ਹੋਇਆ ਸੂਤਰ ਹੈ, ਵਿਭਾਵ, ਅਨੁਭਾਵ, ਵਿਵਚਾਰੀ, ਸੰਯੋਗ ਆਦਿ ਰਸ ਨਿਸ਼ਪਤੀ। ਭਾਵ, ਵਿਭਾਵ, ਅਨੁਭਾਵ, ਵਿਵਚਾਰੀ, ਜਿਨ੍ਹਾਂ ਨੂੰ ਸੰਚਾਰੀ ਭਾਵ ਵੀ ਕਿਹਾ ਜਾਂਦਾ ਹੈ, ਦੇ ਸੰਯੋਗ ਨਾਲ ਰਸ ਪੈਦਾ ਹੁੰਦਾ ਹੈ। ਰਸ ਕੀ ਹੈ? ਉਹ ਆਨੰਦ ਹੈ ਜੋ ਕਿਸੇ ਨਾਟਕ ਨੂੰ ਦੇਖਣ, ਕਾਵਿ ਨੂੰ ਪੜ੍ਹਨ ਤੋਂ ਬਾਅਦ ਸਾਡੇ ਮਨ ਦੇ ਵਿੱਚ ਵਾਪਰਦਾ ਹੈ। ਇਸ ਸੂਤਰ ਦੇ ਵਿੱਚ ਭਰਤ ਮੁਨੀ ਨੇ ਸਥਾਈ ਭਾਵਾਂ ਦੀ ਗੱਲ ਨਹੀਂ ਕੀਤੀ ਸੀ। ਸਥਾਈ ਭਾਵ ਸਾਡੇ ਮਨ ਦੇ ਵਿੱਚ ਵਸੀਆਂ ਉਹ ਚਿੱਤ ਬ੍ਰਿਤੀਆਂ ਜਾਂ ਉਹ ਮਨੋਵਿਕਾਰ ਨੇ ਜਿਹੜੇ ਹਮੇਸ਼ਾ ਹੀ ਸਾਡੇ ਮਨ ਦੇ ਵਿੱਚ ਮੌਜੂਦ ਰਹਿੰਦੇ ਨੇ। ਜਿਵੇਂ ਕਿਸੇ 'ਤੇ ਹੁੰਦਾ ਜੁਰਮ ਦੇਖ ਕੇ ਸਾਡੇ ਮਨ ਦੇ ਵਿੱਚ ਦਇਆ ਭਾਵਨਾ ਪੈਦਾ ਹੁੰਦੀ ਹੈ, ਦੇਸ਼ ਧਰਮ ਦੇ ਲਈ ਸਾਡੇ ਮਨ ਦੇ ਵਿੱਚ ਉਤਸ਼ਾਹ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਜਿਹੜੇ ਭਾਵ ਨੇ, ਇਹਨਾਂ ਨੂੰ ਸਥਾਈ ਭਾਵ ਕਿਹਾ ਜਾਂਦਾ ਹੈ। ਵੈਸੇ ਭਾਵ ਦਾ ਇੱਕ ਅਰਥ ਕਾਵਿ ਅਰਥ ਵੀ ਲਿਆ ਜਾਂਦਾ ਭਾਰਤੀ ਨਾਟਯ ਸ਼ਾਸਤਰ ਦੇ ਸੰਦਰਭ 'ਚ। ਸੁਹਿਰਦ ਉਸ ਇਨਸਾਨ ਨੂੰ ਕਿਹਾ ਜਾਂਦਾ ਜੋ ਦੁੱਖ ਸੁੱਖ ਦਾ ਅਨੁਭਵ ਕਰਦਾ। ਸੁਹਿਰਦ ਦੇ ਹਿਰਦੇ ਵਿੱਚ ਜੋ ਮਨੋਵਿਕਾਰ ਜਾਂ ਮਨੋਬਿਰਤੀਆਂ ਵਾਸਨਾ ਰੂਪ 'ਚ ਸਦਾ ਮੌਜੂਦ ਰਹਿਣ, ਉਹਨਾਂ ਨੂੰ ਸਥਾਈ ਭਾਵ ਕਿਹਾ ਜਾਂਦਾ। ਇਹ ਭਾਵ ਹੀ ਕਾਵਿ ਜਾਂ ਨਾਟਕ ਵਿੱਚ ਅਭਿਵਿਅਕਤ ਜਾਂ ਪੇਸ਼ ਹੋਣ ਤੋਂ ਬਾਅਦ ਰਸ ਵਿੱਚ ਬਦਲ ਜਾਂਦੇ ਹਨ। ਇਹ ਭਾਵ ਅਚੇਤ ਰੂਪ 'ਚ ਹਮੇਸ਼ਾ ਸੁਹਿਰਦ ਦੇ ਅੰਦਰ ਮੌਜੂਦ ਰਹਿੰਦੇ ਹਨ। ਇਹ ਤਾਂ ਸਾਨੂੰ ਪਤਾ ਹੈ ਕਿ ਕੋਈ ਵੀ ਬੰਦਾ ਸਥਾਈ ਭਾਵਾਂ ਤੋਂ ਸੱਖਣਾ ਨਹੀਂ ਹੁੰਦਾ, ਨਿਰਭਾਵ ਕੋਈ ਵੀ ਬੰਦਾ ਨਹੀਂ ਹੋ ਸਕਦਾ। ਹਰੇਕ ਮਨੁੱਖ ਦੇ ਵਿੱਚ ਭਾਵ ਜ਼ਰੂਰ ਹੁੰਦੇ ਨੇ ਅਤੇ ਇਹਨਾਂ ਦੇ ਵਿੱਚੋਂ ਕੁਝ ਭਾਵ ਹਮੇਸ਼ਾ ਉਹਦੇ ਅਚੇਤ ਦੇ ਵਿੱਚ ਵਸੇ ਰਹਿੰਦੇ ਨੇ। ਜਦੋਂ ਵੀ ਬਾਹਰੀ ਸਥਿਤੀਆਂ ਕਰਕੇ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਬਾਹਰ ਨਿਕਲੇ ਆਉਂਦੇ ਨੇ। ਅਤੇ ਇਸੇ ਤਰ੍ਹਾਂ ਨਾਟਕ ਦੇਖਦੇ ਹੋਏ ਅਸੀਂ ਕਦੇ ਹੱਸਣ ਲੱਗਦੇ ਹਾਂ, ਕਦੇ ਰੋਣ ਲੱਗਦੇ ਹਾਂ, ਕਦੇ ਕਰੁਣਾਮਈ ਹੋ ਜਾਂਦੇ ਹਾਂ। ਤਾਂ ਕਾਰਨ ਇਹ ਹੁੰਦਾ ਹੈ ਕਿ ਨਾਟਕਕਾਰ ਨੇ ਜਾਂ ਕਲਾਕਾਰ ਨੇ ਜਾਂ ਸਾਹਿਤਕਾਰ ਨੇ ਆਪਣੀ ਕਲਾ ਦੁਆਰਾ ਸਾਡੇ ਉਹਨਾਂ ਭਾਵਾਂ ਨੂੰ ਜਗਾ ਦਿੱਤਾ ਹੁੰਦਾ ਹੈ। ਜੋ ਮੂਲ ਭਾਵ ਆਪਣੇ ਵਿੱਚ ਹੋਰ ਭਾਵਾਂ ਨੂੰ ਜਜ਼ਬ ਕਰ ਲੈਂਦੇ ਹਨ, ਜਿਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੇ ਹੋਰ ਭਾਵਾਂ ਨਾਲ ਪ੍ਰਭੁਤਾ ਨਹੀਂ ਘਟਦੀ, ਅਤੇ ਜੋ ਵਿਭਾਵਾਂ, ਅਨੁਭਾਵਾਂ, ਸੰਚਾਰੀ ਭਾਵਾਂ ਨਾਲ ਮਿਲ ਕੇ ਰਸ ਵਿੱਚ ਰੂਪਾਂਤਰਿਤ ਜਾਂ ਤਬਦੀਲ ਹੋ ਜਾਂਦੇ ਹਨ, ਉਹਨਾਂ ਨੂੰ ਸਥਾਈ ਭਾਵ ਕਹਿੰਦੇ ਹਨ। ਭਾਵੇਂ ਕਿ ਅੱਜ ਆਪਾਂ ਨੇ ਗੱਲ ਰਸ ਦੇ ਪ੍ਰਕਾਰ ਅਤੇ ਭੇਦ ਬਾਰੇ ਕਰਨੀ ਹੈ, ਪਰ ਉਸ ਦੇ ਲਈ ਸਥਾਈ ਭਾਵ ਨੂੰ ਸਮਝਣਾ ਬੜਾ ਜ਼ਰੂਰੀ ਹੈ, ਕਿਉਂਕਿ ਸਥਾਈ ਭਾਵ ਜੋ ਸਾਡੇ ਮਨ ਦੇ ਵਿੱਚ, ਸਾਡੇ ਅਚੇਤ ਦੇ ਵਿੱਚ ਹਮੇਸ਼ਾ ਮੌਜੂਦ ਰਹਿੰਦੇ ਨੇ, ਉਹ ਹੀ ਬਾਅਦ ਦੇ ਵਿੱਚ ਰਸ ਦੇ ਵਿੱਚ ਤਬਦੀਲ ਹੁੰਦੇ ਨੇ ਜਾਂ ਰੂਪਾਂਤਰਿਤ ਹੁੰਦੇ ਨੇ। ਰਸ ਅਨੁਭਵ ਹੋਣਾ ਅੰਦਰੂਨੀ ਕਾਰਨ, ਰਸ ਦੇ ਅਨੁਭਵ ਹੋਣ ਦਾ ਅੰਦਰੂਨੀ ਕਾਰਨ ਜੋ ਹੈ ਉਹ ਸਥਾਈ ਭਾਵ ਹੁੰਦੇ ਹਨ। ਇਹਨਾਂ ਸਥਾਈ ਭਾਵਾਂ ਕਰਕੇ ਹੀ ਰਸ ਨਿਸ਼ਪਤੀ ਅਤੇ ਸਧਾਰਨੀਕਰਨ ਦੀ ਕਿਰਿਆ ਵਾਪਰਦੀ ਹੈ। ਰਸ ਨਿਸ਼ਪਤੀ ਭਾਵ ਰਸ ਦਾ ਪੈਦਾ ਹੋਣਾ, ਅਤੇ ਸਧਾਰਨੀਕਰਨ ਕੀ ਹੈ? ਜੇ ਅਸੀਂ ਕਿਸੇ ਫਿਲਮ ਦੇ ਸੀਨ ਨੂੰ ਜਾਂ ਨਾਟਕ ਦੇ ਸੀਨ ਨੂੰ ਦੇਖ ਕੇ ਨਾਇਕ ਨਾਇਕਾ ਦੇ ਦੁੱਖ ਨੂੰ ਦੇਖ ਕੇ ਦੁਖੀ ਹੁੰਦੇ ਹਾਂ, ਉਸ ਦੇ ਹਾਸੇ ਨਾਲ ਹੱਸਦੇ ਹਾਂ, ਜਾਂ ਉਸ ਤਰ੍ਹਾਂ ਦਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿਸ ਤਰ੍ਹਾਂ ਦੇ ਮਨੋਵਸਥਾ ਦੇ ਵਿੱਚ ਲੇਖਕ ਨੇ ਉਹਨਾਂ ਨੂੰ ਲਿਖਿਆ ਹੁੰਦਾ। ਤਾਂ ਇਸ ਦਾ ਭਾਵ ਹੈ ਕਿ ਸਾਡਾ ਸਧਾਰਨੀਕਰਨ ਹੋ ਗਿਆ, ਜਰਨਲਾਈਜ਼ ਹੋ ਗਿਆ। ਸਥਾਈ ਭਾਵ ਦੀ ਪਰਿਭਾਸ਼ਾ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਹੋਰਾਂ ਨੇ ਵੀ ਦਿੱਤੀ ਹੈ। ਉਹਨਾਂ ਅਨੁਸਾਰ
ਅਸਲ ਵਿੱਚ ਭਾਵ ਮਨੁੱਖ ਦੀਆਂ ਜਮਾਂਦਰੂ ਚਿੱਤ ਬ੍ਰਿਤੀਆਂ ਹਨ। ਇਹ ਮਨੋਵਿਕਾਰ ਤੇ ਮਨੋਭਾਵ ਹਨ। ਕੋਈ ਵੀ ਮਨੁੱਖ ਨਿਰਭਾਵ ਨਹੀਂ ਹੋ ਸਕਦਾ। ਭਾਵਾਂ ਤੋਂ ਸੁੰਨਾ ਮਨੁੱਖ ਨਿਰਾ ਹੈਵਾਨ ਹੈ। ਇਨਸਾਨੀ ਹਸਤੀ ਭਾਵਾਂ ਦੀ ਮੁਜੱਸਮਾ ਹੀ ਤਾਂ ਹੈ। ਇਸ ਲਈ ਭਾਵ ਮਨੁੱਖ ਦੀ ਸ਼ਖਸੀਅਤ ਵਿੱਚ ਬੁਨਿਆਦੀ, ਸਹਿਜ, ਸਥਾਈ ਤੇ ਪੱਕੇ ਹੁੰਦੇ ਹਨ, ਜੋ ਸਵੈ ਸਿੱਧ ਸੰਸਕਾਰ ਰੂਪ ਵਿੱਚ ਹੋਂਦਸ਼ੀਲ ਤੇ ਅਵਿਨਾਸ਼ੀ ਹੋ ਕੇ ਨਿਵਾਸ ਕਰਦੇ ਹਨ। ਭਾਵ ਜੋ ਸਥਾਈ ਭਾਵ ਨੇ ਉਹ ਸਾਡੇ ਮਨ ਦੇ ਵਿੱਚ ਹਮੇਸ਼ਾ ਵਸੇ ਹੁੰਦੇ ਨੇ ਅਤੇ ਕਿਸੇ ਕਾਵਿ, ਨਾਟਕ, ਫਿਲਮ ਨੂੰ ਦੇਖਣ ਤੋਂ ਉਪਰੰਤ ਉਹ ਸਾਡੇ ਮਨ ਦੇ ਵਿੱਚ ਤੁਰੰਤ ਜਾਗ ਪੈਂਦੇ ਹੈ। ਅਤੇ ਇਹ ਸਥਾਈ ਭਾਵ ਹੀ ਵਿਭਾਵ, ਅਨੁਭਾਵ, ਸੰਚਾਰੀ ਭਾਵਾਂ ਦੇ ਨਾਲ ਰਲ ਕੇ ਬਾਅਦ ਦੇ ਵਿੱਚ ਰਸ ਦੇ ਵਿੱਚ ਬਦਲਦੇ ਆ ਜਾਂ ਰਸ ਦੇ ਵਿੱਚ ਪਰਿਵਰਤਿਤ ਹੁੰਦੇ ਆ, ਰੂਪਾਂਤਰਿਤ ਹੁੰਦੇ ਆ। ਅਤੇ ਇਸ ਲੈਕਚਰ ਦੇ ਵਿੱਚ ਅਸੀਂ ਹੁਣ ਜਿਹੜਾ ਵਿਚਾਰ ਚਰਚਾ ਕਰਨੀ ਹੈ ਉਹ ਹੈ ਰਸ ਦੇ ਪ੍ਰਕਾਰ ਅਤੇ ਭੇਦਾਂ ਬਾਰੇ, ਵੀ ਰਸ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਅਤੇ ਕਿੰਨੇ ਉਹਨਾਂ ਦੇ ਭੇਦ ਹੁੰਦੇ ਹਨ। ਕਿਉਂਕਿ ਰਸ ਸਿਧਾਂਤ ਮੂਲ ਰੂਪ ਵਿੱਚ ਆਚਾਰੀਆ ਭਰਤ ਮੁਨੀ ਨੇ ਦਿੱਤਾ ਅਤੇ ਉਹਨਾਂ ਨੇ ਆਪਣੇ ਗ੍ਰੰਥ ਨਾਟਯ ਸ਼ਾਸਤਰ ਵਿੱਚ ਇਸ ਬਾਰੇ ਬੜਾ ਵਿਸਥਾਰ ਪੂਰਵਕ ਚਰਚਾ ਕੀਤਾ ਅਤੇ ਉਹਨਾਂ ਨੇ ਕੁੱਲ 8 ਰਸ ਜੋ ਸਨ ਉਹਨਾਂ ਦੀ ਹੋਂਦ ਮੰਨੀ ਹੈ। ਉਸ ਤੋਂ ਬਾਅਦ ਦੇ ਆਚਾਰੀਆਂ ਨੇ 9, 10, 11 ਜਾਂ 12 ਤੱਕ ਵੀ ਰਸਾਂ ਦੀ ਹੋਂਦ ਮੰਨੀ ਹੈ, ਪਰ ਮੂਲ ਦੇ ਰੂਪ ਵਿੱਚ ਆਚਾਰੀਆ ਭਰਤ ਮੁਨੀ ਨੇ 8 ਰਸਾਂ ਦਾ ਹੀ ਜ਼ਿਕਰ ਕੀਤਾ ਹੈ। ਅਤੇ ਬਾਅਦ ਦੇ ਵਿੱਚ 9 ਰਸ ਵਧੇਰੇ ਪ੍ਰਚਲਿਤ ਰਹੇ, ਜਿਨ੍ਹਾਂ 'ਚੋਂ ਸ਼ਾਂਤ ਰਸ ਨੂੰ ਪ੍ਰਮੁੱਖਤਾ ਹਾਸਲ ਹੈ। ਇਹਨਾਂ ਰਸਾਂ ਦੇ ਵਿੱਚੋਂ ਜਿਵੇਂ ਕਿ ਅਸੀਂ ਪਹਿਲੇ ਲੈਕਚਰ ਦੇ ਵਿੱਚ ਜਾਣ ਚੁੱਕੇ ਹਾਂ ਕਿ ਹਰੇਕ ਰਸ ਦਾ ਇੱਕ ਸਥਾਈ ਭਾਵ ਹੁੰਦਾ ਹੈ। ਸਥਾਈ ਭਾਵ ਜੋ ਕਿ ਸਾਡੇ ਮਨ ਦੀ ਚਿੱਤ ਬ੍ਰਿਤੀ ਜਾਂ ਮਨੋਬ੍ਰਿਤੀ ਹੈ, ਜੋ ਹਮੇਸ਼ਾ ਸਾਡੇ ਮਨ 'ਚ ਮੌਜੂਦ ਰਹਿੰਦੀ ਹੈ। ਅਤੇ ਰਸਾਂ ਦੀ ਗੱਲ ਕਰਦੇ ਹੋਏ ਜਿਹੜਾ ਸਭ ਤੋਂ ਪਹਿਲਾ ਰਸ ਹੈ ਉਸ ਰਸ ਨੂੰ ਸ਼ਿੰਗਾਰ ਰਸ ਕਿਹਾ ਜਾਂਦਾ ਹੈ। ਸੰਸਕ੍ਰਿਤ ਦੇ ਵਿੱਚ ਸ਼੍ਰਿੰਗਾਰ ਕਿਹਾ ਜਾਂਦਾ ਅਤੇ ਪੰਜਾਬੀ ਦੇ ਵਿੱਚ ਸ਼ਿੰਗਾਰ ਰਸ ਕਿਹਾ ਜਾਂਦਾ। ਇਸ ਰਸ ਦਾ ਸਥਾਈ ਭਾਵ ਜੋ ਹੈ ਰਤੀ ਹੈ। ਰਤੀ, ਸਨੇਹ, ਪਿਆਰ, ਅਨੁਰਾਗ, ਇਹ ਸਾਰੇ ਇਸ ਦੇ ਹੋਰ ਨਾਮ ਹਨ। ਅਤੇ ਸ਼ਿੰਗਾਰ ਸ਼ਬਦ ਦੀ ਰਚਨਾ ਜੋ ਹੈ ਸ਼੍ਰਿੰਗ ਅਤੇ ਆਰ 2 ਸ਼ਬਦਾਂ ਦੇ ਜੋੜ ਤੋਂ ਹੋਈ ਮੰਨੀ ਜਾਂਦੀ ਹੈ। ਅਭਿਨਵ ਗੁਪਤ ਅਨੁਸਾਰ ਸ਼ਿੰਗਾਰ ਦਾ ਕਾਮ ਉਥਾਨ ਅਤੇ ਆਰ ਚੱਲਣ ਵਿੱਚ ਰੀ ਧਾਤੂ ਤੋਂ ਬਣਿਆ ਹੈ। ਭਾਵ ਪਿਆਰ ਦਾ ਚੱਲਣਾ ਜਾਂ ਕਾਮ ਉਥਾਨ ਦਾ ਹੋਣਾ, ਇਸ ਦੇ ਇਹ ਅਰਥ ਹਨ। ਅਤੇ ਸ਼ਿੰਗਾਰ ਰਸ ਦੇ 2 ਭੇਦ ਹਨ, ਸੰਜੋਗ ਸ਼ਿੰਗਾਰ ਰਸ ਅਤੇ ਵਿਜੋਗ ਸ਼ਿੰਗਾਰ ਰਸ। ਜਦੋਂ 2 ਪ੍ਰੇਮੀਆਂ ਦਾ ਆਪਸ ਦੇ ਵਿੱਚ ਮਿਲਨ ਹੁੰਦਾ ਹੈ ਤਾਂ ਉਸ ਰਸ ਨੂੰ ਸੰਜੋਗ ਸ਼ਿੰਗਾਰ ਰਸ ਕਿਹਾ ਜਾਂਦਾ। ਸੰਸਕ੍ਰਿਤ ਦੇ ਵਿੱਚ ਇਸ ਨੂੰ ਸੰਭੋਗ ਸ਼ਿੰਗਾਰ ਰਸ ਵੀ ਆਖਦੇ ਹਨ। ਅਤੇ ਜਦੋਂ ਪ੍ਰੇਮੀ ਇੱਕ ਦੂਜੇ ਤੋਂ ਦੂਰ ਹੁੰਦੇ ਹਨ ਪਰ ਇੱਕ ਦੂਜੇ ਦੇ ਪਿਆਰ ਦੇ ਵਿੱਚ ਤੜਪਦੇ ਹਨ ਜਾਂ ਮਿਲਣ ਦੀ ਇੱਛਾ ਰੱਖਦੇ ਹਨ ਤਾਂ ਉਸ ਰਸ ਨੂੰ ਵਿਜੋਗ ਸ਼ਿੰਗਾਰ ਰਸ ਕਿਹਾ ਜਾਂਦਾ ਹੈ। ਅਤੇ ਇਹਦੀਆਂ ਬੜੀਆਂ ਸਾਰੀਆਂ ਉਦਾਹਰਨਾਂ ਅਸੀਂ ਦੇਖ ਸਕਦੇ ਹਾਂ। ਸ਼ਿਵ ਕੁਮਾਰ ਦੀ ਕਵਿਤਾ ਹੈ, ਕੋਈ ਬੋਲ ਵੇ ਮੁੱਖੋਂ ਬੋਲ ਵੇ ਸੱਜਣਾ ਸਾਂਭ ਲਿਆ, ਸਾਡੇ ਸਾਹ ਵਿੱਚ ਚੇਤਰ ਘੋਲ ਸੱਜਣਾ ਸਾਂਭ ਲਿਆ। ਜੇ ਸਾਡੇ ਚੇਤਰ ਘੋਲੇ ਮੈਂ ਹਿਰਨੀ ਬਣ ਜਾਵਾਂ, ਰੂਪ ਤੇਰੇ ਸੰਘਣੇ ਬਾਗੀ ਚੁਗਣ ਸੁਗੰਧੀਆਂ ਆਵਾਂ, ਤੂੰ ਮੈਨੂੰ ਮਾਰੇ ਬਾਣ ਬਿਰਹੋਂ ਦੇ ਮੈਂ ਤਤੜੀ ਗਸ਼ ਖਾਵਾਂ, ਲੱਖ ਪਿਆਵੇ ਮੈਂ ਨਾ ਪੀਵਾਂ ਬੋਲ ਸੁਗੰਧੀਆਂ ਸੋਲ ਸੱਜਣਾ ਸਾਂਭ ਲਿਆ, ਕੋਈ ਬੋਲ ਵੇ ਮੁੱਖੋਂ ਬੋਲ ਸੱਜਣਾ ਸਾਂਭ ਲਿਆ। ਸੰਜੋਗ ਸ਼ਿੰਗਾਰ ਰਸ ਦੇ ਵਿੱਚ ਪ੍ਰੇਮੀ ਪ੍ਰੇਮਿਕਾ ਦੇ ਮਿਲਾਪ ਦੀ ਗੱਲ ਹੁੰਦੀ ਹੈ, ਉਹਨਾਂ ਦੇ ਸਰੀਰਕ ਨੇੜਤਾ ਦੀ ਗੱਲ ਹੁੰਦੀ ਹੈ
ਤੇ ਵਿਜੋਗ ਦੇ ਵਿੱਚ ਉਹਨਾਂ ਦੀ ਦੂਰੀ ਨੂੰ ਦਰਸਾਇਆ ਜਾਂਦਾ ਹੈ। ਉਸ ਤੋਂ ਬਾਅਦ ਪ੍ਰਮੁੱਖ ਰਸ ਜੋ ਹੈ ਉਹ ਹੈ ਹਾਸ ਰਸ। ਹਾਸ ਰਸ ਦਾ ਸਥਾਈ ਭਾਵ ਹਾਸ ਹੈ। ਤੇ ਹਾਸ ਹਮੇਸ਼ਾ ਸਾਡੇ ਮਨ ਦੇ ਵਿੱਚ ਸਮਾਇਆ ਹੁੰਦਾ ਹੈ। ਜੋ ਬੇਥਮੀਆਂ ਗੱਲਾਂ, ਅਣਮੇਲ ਘਟਨਾਵਾਂ, ਵਿਗੜੀ ਸੂਰਤ, ਬੇਢੰਗਾ ਪਹਿਰਾਵਾ ਆਦਿ ਤੋਂ ਹਾਸਾ ਪੈਦਾ ਹੁੰਦਾ ਹੈ। ਤੇ ਹਾਸਾ ਇੱਕ ਅਜਿਹਾ ਭਾਵ ਹੈ ਜੋ ਸਿਰਫ ਮਨੁੱਖਾਂ ਦੇ ਵਿੱਚ ਹੀ ਹੁੰਦਾ ਹੈ। ਹਾਸ ਰਸ ਸਾਹਿਤ ਦੇ ਵਿੱਚ ਆਦਿ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ। ਉਸ ਤੋਂ ਬਾਅਦ ਹੈ ਕਰੁਣਾ ਰਸ। ਕਰੁਣਾ ਜਾਂ ਕਰੁਣਾ ਰਸ ਦਾ ਸਥਾਈ ਭਾਵ ਸ਼ੋਕ ਹੈ। ਸ਼ੋਕ ਕਿਉਂ ਪੈਦਾ ਹੁੰਦਾ ਹੈ? ਜਦੋਂ ਕਿਸੇ ਮਨ ਇੱਛਤ ਚੀਜ਼ ਦਾ ਨੁਕਸਾਨ ਹੋਣ 'ਤੇ, ਕਿਸੇ ਅਣਇੱਛਤ ਚੀਜ਼ ਦੀ ਪ੍ਰਾਪਤੀ ਹੋ ਜਾਣ 'ਤੇ ਮਨ ਦੀ ਸ਼ੋਕ ਵਾਲੀ ਅਵਸਥਾ ਉਪਜੇ ਤਾਂ ਉਹ ਕਰੁਣਾ ਰਸ ਹੁੰਦਾ ਹੈ। ਸ਼ੋਕ ਕਰੁਣਾ ਰਸ ਦਾ ਸਥਾਈ ਭਾਵ ਹੈ ਇਹਦੇ ਵਿੱਚ ਪ੍ਰੇਮੀ ਦਾ ਵਿਯੋਗ, ਧਨ ਦੀ ਹਾਨੀ, ਵਿਅਕਤੀ ਦੀ ਮੌਤ ਕੋਈ ਵੀ ਕਾਰਨ ਹੋ ਸਕਦਾ ਜਿਸ ਦੇ ਨਾਲ ਮਨ ਦੇ ਵਿੱਚ ਸ਼ੋਕ ਪੈਦਾ ਹੁੰਦਾ। ਅਤੇ ਜਦੋਂ ਇਹ ਸ਼ੋਕ ਸਾਹਿਤ ਦੇ ਵਿੱਚ ਪੇਸ਼ ਹੁੰਦਾ ਤਾਂ ਵਿਭਾਵ, ਅਨੁਭਾਵ, ਵਿਚਾਰੀ ਭਾਵਨਾ ਰਲ ਕੇ ਇਹ ਕਰੁਣਾ ਰਸ ਦੇ ਵਿੱਚ ਤਬਦੀਲ ਹੋ ਜਾਂਦਾ। ਅਤੇ ਜੇਕਰ ਇਸ ਦੀ ਭਰਤ ਦੇ ਸੂਤਰ ਅਨੁਸਾਰ ਵਿਆਖਿਆ ਕਰੀਏ ਤਾਂ ਇਸ ਦੇ ਲੰਬਨ ਵਿਭਾਵ ਜੋ ਹਨ, ਵਿਅਕਤੀ ਦੀ ਮੌਤ, ਪ੍ਰੇਮੀ ਦਾ ਵਿਯੋਗ, ਅਤੇ ਕਸ਼ਟ ਦੀ ਥਾਂ ਕਲਪਨਾ, ਦੁੱਖ ਦੀ ਅਵਸਥਾ ਇਹਦੇ ਉਦੀਪਨ ਵਿਭਾਵ ਹਨ। ਅਤੇ ਸਿਰ ਨੂੰ ਪਟਕਣਾ, ਹੰਝੂ ਬਹਾਉਣਾ, ਹੌਕੇ ਭਰਨਾ, ਹਿੱਕ ਪਿੱਟਣਾ ਇਹਦੇ ਅਨੁਭਾਵ ਹਨ। ਅਤੇ ਗਲਾਨੀ, ਨਿਰਵੇਦ, ਮੋਹ, ਵਿਸ਼ਾਦ ਇਹਦੇ ਸੰਚਾਰੀ ਭਾਵ ਹਨ। ਅਤੇ ਇਹ ਸਾਰੇ ਮਿਲ ਕੇ ਕਰੁਣਾ ਰਸ ਦੇ ਵਿੱਚ ਤਬਦੀਲ ਹੋ ਜਾਂਦੇ ਹਨ। ਉਸ ਤੋਂ ਅੱਗੇ ਹੈ ਰੌਦਰ ਰਸ। ਜਦੋਂ ਕਿਸੇ ਦੁਸ਼ਮਣ ਨੂੰ ਦੇਖ ਕੇ ਮਨ 'ਚ ਬਦਲੇ ਦੀ ਭਾਵਨਾ ਹੁੰਦੀ ਹੈ ਅਤੇ ਇਹ ਦੁਸ਼ਮਣ ਨੂੰ ਦੇਖ ਕੇ ਕ੍ਰੋਧ ਕਿਉਂ ਆਉਂਦਾ? ਦੇਸ਼, ਧਰਮ, ਵਡੇਰਿਆਂ ਦੇ ਅਪਮਾਨ 'ਚੋਂ ਪੈਦਾ ਹੋਈ ਬਦਲੇ ਦੀ ਭਾਵਨਾ। ਇਹ ਸਾਰੀਆਂ ਭਾਵਨਾਵਾਂ ਜਦੋਂ ਸਾਡੇ ਮਨ ਦੇ ਵਿੱਚ ਉਤਪੰਨ ਜਾਂ ਪੈਦਾ ਹੁੰਦੀਆਂ ਨੇ ਤਾਂ ਜੋ ਰਸ ਪੈਦਾ ਹੁੰਦਾ ਤਾਂ ਉਸ ਨੂੰ ਰੌਦਰ ਰਸ ਕਿਹਾ ਜਾਂਦਾ। ਇਸ ਦਾ ਸਥਾਈ ਭਾਵ ਕ੍ਰੋਧ ਹੈ। ਜੇਕਰ ਇਸ ਦੀ ਵਿਭਾਵ, ਅਨੁਭਾਵ, ਵਿਚਾਰੀ, ਸੰਜੋਗ ਆਦਿ ਰਸ ਨਿਸ਼ਪਤੀ ਦੇ ਸੂਤਰ ਅਨੁਸਾਰ ਵਿਆਖਿਆ ਕਰੀ ਜਾਵੇ ਤਾਂ ਇਸ ਦਾ ਆਲੰਬਨ ਭਾਵ ਜੋ ਹੈ ਦੁਸ਼ਮਣ ਹੈ ਅਤੇ ਵਿਰੋਧੀ ਹੈ। ਅਤੇ ਦੁਸ਼ਮਣ ਦੁਆਰਾ ਜੋ ਕੰਮ ਕੀਤੇ ਜਾਂਦੇ ਹਨ ਵਿਰੋਧ ਪ੍ਰਗਟਾਉਣ ਲਈ ਉਸ ਦੇ ਉਦੀਪਨ ਹਨ। ਗੁੱਸੇ 'ਚ ਆਉਣਾ, ਮੂੰਹ 'ਤੇ ਲਾਲੀ ਫਿਰਨਾ, ਦੰਦ ਪੀਹਣਾ ਇਹ ਸਾਰੇ ਇਸ ਦੇ ਜੋ ਅਨੁਭਾਵ ਹਨ। ਅਹੰਕਾਰ, ਚੰਚਲਤਾ ਇਹ ਸਾਰੇ ਇਸ ਦੇ ਸੰਚਾਰੀ ਭਾਵ ਹਨ। ਅਤੇ ਜਦੋਂ ਕਿਸੇ ਕਾਵਿ ਦੇ ਵਿੱਚ, ਨਾਟਕ ਦੇ ਵਿੱਚ ਅਜਿਹਾ ਦ੍ਰਿਸ਼ ਪੈਦਾ ਹੁੰਦਾ ਜਾਂ ਬਦਲੇ ਦੀ ਭਾਵਨਾ ਦਰਸਾਈ ਜਾਂਦੀ ਹੈ ਤਾਂ ਉੱਥੇ ਰੌਦਰ ਰਸ ਪੈਦਾ ਹੁੰਦਾ। ਉਸ ਤੋਂ ਅੱਗੇ ਹੈ ਵੀਰ ਰਸ। ਵੀਰ ਰਸ ਦਾ ਜੋ ਸਥਾਈ ਭਾਵ ਹੈ ਉਹ ਉਤਸ਼ਾਹ ਹੈ। ਵੀਰ ਰਸ ਦੇ ਵਿੱਚ ਧਰਮ ਲਈ, ਯੁੱਧ ਲਈ, ਦਾਨ ਲਈ ਇਸ ਤਰ੍ਹਾਂ ਦੇ ਸੰਬੰਧਾਂ ਵਿੱਚ ਉੱਤਮ ਕਿਸਮ ਦਾ ਜੋ ਉਤਸ਼ਾਹ ਹੋਵੇ, ਇਸ ਤਰ੍ਹਾਂ ਦੇ ਕੰਮ ਕਰਨ ਲਈ ਉੱਤਮ ਕਿਸਮ ਦਾ ਜੋ ਉਤਸ਼ਾਹ ਹੁੰਦਾ ਤਾਂ ਅਜਿਹੇ ਉਤਸ਼ਾਹ ਦੀ ਜਦੋਂ ਸਾਹਿਤ ਦੇ ਵਿੱਚ ਪੁਸ਼ਟੀ ਹੋਵੇ ਤਾਂ ਉਸ ਨੂੰ ਵੀਰ ਰਸ ਕਿਹਾ ਜਾਂਦਾ। ਵੀਰ ਰਸ ਦੀ ਉਤਪਤੀ ਉਸ ਅਵਸਥਾ 'ਚ ਹੁੰਦੀ ਹੈ ਜਿੱਥੇ ਇੱਕ ਵੀਰ ਮਨੁੱਖ ਦੇ ਮਨ ਅੰਦਰ ਯੁੱਧ, ਦਾਨ, ਧਰਮ ਆਦਿ ਦੇ ਸੰਬੰਧ ਵਿੱਚ ਉਤਸ਼ਾਹ ਦੀ ਪ੍ਰਤੱਖ ਰੂਪ 'ਚ ਪੁਸ਼ਟੀ ਹੁੰਦੀ ਹੋਵੇ। ਅਤੇ ਇੱਥੇ ਹੀ ਵੀਰ ਰਸ ਦੀ ਅਭਿਵਿਅਕਤੀ ਹੁੰਦੀ ਹੈ ਜਾਂ ਵੀਰ ਰਸ ਅਜਿਹੀਆਂ ਸਥਿਤੀਆਂ ਦੇ ਵਿੱਚ ਪੈਦਾ ਹੁੰਦਾ ਜਿਹੜਾ ਕਿਸੇ ਵੀ ਕੰਮ ਨੂੰ ਕਰਨ ਲਈ ਸਾਡੇ ਮਨ 'ਚ ਜੋ ਖਾਸ ਕਿਸਮ ਦਾ ਹੌਸਲਾ ਹੁੰਦਾ, ਜੰਗ ਜਿੱਤਣ ਲਈ ਹੌਸਲਾ ਹੈ। ਅਤੇ ਇਸ ਤਰ੍ਹਾਂ ਦੇ ਕੰਮਾਂ ਦੇ ਲਈ ਜੋ ਉਤਸ਼ਾਹ ਹੁੰਦਾ ਉਹ ਜਦੋਂ ਸਾਹਿਤ ਦੇ ਵਿੱਚ ਪੇਸ਼ ਹੁੰਦਾ ਤਾਂ ਉਹ ਪਾਠਕ ਦੇ ਹਿਰਦੇ ਵਿੱਚ ਵੀਰ ਰਸ ਦਾ ਵੀਰ ਰਸ ਫੈਲਾਉਂਦਾ ਜਾਂ ਵੀਰ ਰਸ ਪੈਦਾ ਕਰਦਾ। ਅਤੇ ਆਚਾਰੀਆਂ ਨੇ ਵੈਸੇ ਵੀਰ ਰਸ ਦੇ 4 ਭੇਦ ਮੰਨੇ ਹਨ।
ਦਾਨਵੀਰ, ਯੁੱਧਵੀਰ, ਦਿਆਵੀਰ, ਧਰਮਵੀਰ। ਵਿਲੱਖਣ ਦਾਨ ਸ਼ਕਤੀ ਰੱਖਣ ਵਾਲੇ ਅਤੇ ਆਪਣੇ ਦਾਨ ਦੁਆਰਾ ਧਰਮ ਨੂੰ ਉੱਚਾ ਚੁੱਕਣ ਵਾਲੇ ਵਿਅਕਤੀ ਨੂੰ ਦਾਨਵੀਰ ਕਿਹਾ ਜਾਂਦਾ। ਅਤੇ ਇਸ ਵਿੱਚ ਉਤਸ਼ਾਹ ਭਾਵ ਪ੍ਰਧਾਨ ਹੁੰਦਾ। ਦਿਆਵੀਰ ਜਦੋਂ ਕੋਈ ਰਹਿਮ ਦਿਲ ਹੋਣ ਕਾਰਨ ਕਿਸੇ ਹੋਰ ਵਿਅਕਤੀ ਲਈ ਆਪਣਾ ਕੁਝ ਅਰਪਿਤ ਕਰਕੇ ਵੀਰਤਾ ਦਾ ਅਹਿਸਾਸ ਕਰਾਉਂਦਾ। ਇਸ ਵਿੱਚ ਦਾਨੀ ਅਤੇ ਦਾਨ ਲੈਣ ਵਾਲੇ ਦਾ ਸਿੱਧਾ ਸੰਬੰਧ ਨਹੀਂ ਹੁੰਦਾ। ਅਤੇ ਯੁੱਧਵੀਰ ਯੁੱਧ ਦੇ ਮੈਦਾਨ 'ਚ ਵਿਰੋਧੀ ਨੂੰ ਲਲਕਾਰ ਕੇ ਵਿਰੋਧੀ ਦਾ ਤਿਰਸਕਾਰ ਕਰਦਾ ਅਤੇ ਆਪਣੇ ਅਭਿਮਾਨ ਨੂੰ ਪ੍ਰਗਟਾਉਂਦਾ। ਅਤੇ ਅਜਿਹੇ ਹਾਲਾਤਾਂ 'ਚ ਜੇ ਯੋਧੇ ਦੀ ਵੀਰਤਾ ਦਾ ਅਹਿਸਾਸ ਹੋਵੇ ਤਾਂ ਉਸਨੂੰ ਯੁੱਧਵੀਰ ਕਿਹਾ ਜਾਂਦਾ। ਇਸੇ ਤਰ੍ਹਾਂ ਧਰਮਵੀਰ ਆਪਣੇ ਧਰਮ ਦੀ ਰੱਖਿਆ ਲਈ ਕਿਸੇ ਵੀ ਕੁਰਬਾਨੀ ਦੇ ਸਕਣ ਵਾਲਾ ਜੋ ਬੰਦਾ ਹੁੰਦਾ ਉਹਨੂੰ ਧਰਮਵੀਰ ਕਿਹਾ ਜਾਂਦਾ। ਅਤੇ ਜੇਕਰ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ 'ਚੋਂ ਆਪਾਂ ਉਦਾਹਰਨ ਲੈ ਸਕਦੇ ਹਾਂ ਵੀ ਡੋਲੇ ਫਰਕਦੇ ਪਏ ਨੇ ਅੱਜ ਮੇਰੇ, ਜੋਸ਼ ਨਾਲ ਪਈ ਕੰਬਦੀ ਜਾਨ ਮੇਰੀ, ਜੀਭਾਂ ਕੱਢਦੇ ਪਏ ਨੇ ਤੀਰ ਗਿੱਠ ਗਿੱਠ, ਪਈ ਆਕੜਾਂ ਭੰਨਦੀ ਕਮਾਰ ਮੇਰੀ। ਇਸ ਉਦਾਹਰਨ 'ਚ ਦੇਸ਼ 'ਤੇ ਹਮਲਾ ਹੋਣ 'ਤੇ ਜੰਗ 'ਤੇ ਜਾਣ ਸਮੇਂ ਆਪਣੀ ਘਰਵਾਲੀ ਦੇ ਰੋਕਣ 'ਤੇ ਉਸਨੂੰ ਆਪਣੇ ਮਨ ਦੀ ਹਾਲਤ ਦੱਸਦਾ ਕਿ ਕਿਸ ਤਰ੍ਹਾਂ ਉਹ ਦੁਸ਼ਮਣ ਨਾਲ ਲੜਨ ਲਈ ਉਤਾਵਲ ਹੈ। ਇੱਥੇ ਉਤਸ਼ਾਹ ਦੇ ਭਾਵਾਂ ਕਾਰਨ ਵੀਰ ਰਸ ਦੀ ਵਿਅਕਤੀ ਹੋ ਰਹੀ ਹੈ। ਉਸ ਤੋਂ ਬਾਅਦ ਜੋ ਰਸ ਹੈ ਬੀਭਤਸ ਰਸ, ਕਿਸੇ ਭੈੜੀ, ਘਿਨਾਉਣੀ, ਕਿਚਾਣ ਪੈਦਾ ਕਰਨ ਵਾਲੀ ਵਸਤੂ ਨੂੰ ਮੰਚ 'ਤੇ ਦੇਖ ਕੇ ਜਾਂ ਕਾਵਿ ਦੇ ਵਿੱਚ ਪੜ੍ਹ ਕੇ ਮਨ 'ਚ ਜੋ ਸੂਗ ਪੈਦਾ ਹੁੰਦੀ ਹੈ, ਮਨ 'ਚ ਜੋ ਘਿਰਣਾ ਪੈਦਾ ਹੁੰਦੀ ਹੈ, ਉਸ ਨੂੰ ਬੀਭਤਸ ਰਸ ਕਿਹਾ ਜਾਂਦਾ। ਅਤੇ ਮਲ ਮੂਤਰ, ਬਦਬੂਦਾਰ ਵਸਤਾਂ, ਲਹੂ, ਮਿੱਝ, ਕੀੜੇ ਜ਼ਖਮੀਆਂ ਨੂੰ ਖਾਂਦੇ ਹੋਏ ਗਿਰਝਾਂ, ਕੁੱਤੇ ਆਦਿ ਦੁਆਰਾ ਮਾਸ ਨੋਚਣ ਦੇ ਜੋ ਦ੍ਰਿਸ਼ ਹੁੰਦੇ ਨੇ, ਖਾਸ ਕਰਕੇ ਵੀਰ ਰਸ ਦੇ ਵਿੱਚ ਯੁੱਧ ਤੋਂ ਬਾਅਦ ਦੇ ਜੋ ਦ੍ਰਿਸ਼ ਹੁੰਦੇ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਦ੍ਰਿਸ਼ ਪੇਸ਼ ਕੀਤੇ ਜਾਂਦੇ ਆ ਜੋ ਮਨ ਦੇ ਵਿੱਚ ਇੱਕ ਸੂਗ ਜਾਂ ਘਿਰਣਾ ਪੈਦਾ ਕਰਦੇ ਆ। ਅਤੇ ਇਸ ਤਰ੍ਹਾਂ ਦੇ ਭਾਵ ਪੈਦਾ ਕਰਨ ਵਾਲੇ ਰਸ ਨੂੰ ਬੀਭਤਸ ਰਸ ਕਿਹਾ ਜਾਂਦਾ। ਅਤੇ ਕੁਛ ਆਚਾਰੀਆ ਇਸ ਰਸ ਨੂੰ ਰਸ ਵੀ ਨਹੀਂ ਮੰਨਦੇ। ਅਤੇ ਇਹਦੀ ਉਦਾਹਰਨ ਅਸੀਂ ਦੇਖ ਸਕਦੇ ਹਾਂ, ਜਿੱਧਰ ਜਾਵੇ ਨਜ਼ਰ ਤਬਾਹੀ ਮੱਚੀ, ਕਹਾਣੀ ਰਹੀ ਹੈ ਲਹੂ ਮਿੱਝ ਦੀ, ਕਿਤੇ ਮਗਜ਼ ਖੋਪੜ ਵਿੱਚੋਂ ਵਹਿ ਰਿਹਾ, ਗਿਆ ਟੁੱਟ ਮਟਕਾ ਦਹੀਂ ਹੈ ਵਹਿਆ, ਕਿਤੇ ਧੌਣ ਵਿੱਚੋਂ ਫੁਹਾਰਾ ਫੁੱਟੇ, ਕਿਤੇ ਮਗਜ਼ ਦੀ ਖੋਪਰੀ ਪਈ ਟੁੱਟੇ, ਅਕਾਲੀ ਹੈ ਸਿੰਘ ਨਾਦ ਕਰ ਗਰਜਿਆ, ਪਠਾਣਾਂ ਦਾ ਦਿਲ ਦਹਿਲ ਕੇ ਹਿੱਲ ਜਿਆ। ਅਤੇ ਉਸ ਤੋਂ ਬਾਅਦ ਜੋ ਰਸ ਹੈ ਇਹ ਹੈ ਅਦਭੁਤ ਰਸ। ਇਹਦਾ ਸਥਾਈ ਭਾਵ ਹੈ ਵਿਸਮੇ, ਅਨੋਖੀਆਂ ਵਿਚਿੱਤਰ ਵਸਤਾਂ ਨੂੰ ਦੇਖ ਕੇ ਪੈਦਾ ਹੁੰਦਾ ਹੈ ਅਦਭੁਤ ਰਸ। ਅਤੇ ਜੋ ਮਨ ਦੇ ਵਿੱਚ ਵਿਲੱਖਣ ਵਸਤਾਂ ਨੂੰ ਦੇਖ ਕੇ ਹੈਰਾਨਗੀ ਪੈਦਾ ਹੁੰਦੀ ਹੈ ਅਤੇ ਉਸ ਨੂੰ ਅਦਭੁਤ ਰਸ ਕਿਹਾ ਜਾਂਦਾ। ਜਿਹੋ ਜਿਹੀਆਂ ਵਸਤਾਂ ਪਹਿਲਾਂ ਕਦੇ ਨਾ ਦੇਖੀਆਂ ਹੋਣ। ਅਤੇ ਇਸ ਤੋਂ ਬਾਅਦ ਹੈ ਭਿਆਨਕ ਰਸ। ਭਿਆਨਕ ਰਸ ਦਾ ਜੋ ਸਥਾਈ ਭਾਵ ਹੈ ਉਹ ਹੈ ਭੈ। ਭਿਆਨਕ ਸ਼ੈ ਬਾਰੇ ਵੇਖਣ ਸੁਣਨ ਕਰਕੇ ਮਨ 'ਚ ਪੈਦਾ ਹੋਇਆ ਭੈ ਜਦੋਂ ਕਾਵਿ ਦੇ ਵਿੱਚ ਪੁਸ਼ਟ ਹੁੰਦਾ ਤਾਂ ਭਿਆਨਕ ਰਸ ਦੀ ਅਭਿਵਿਅਕਤੀ ਹੁੰਦੀ ਹੈ। ਭਿਆਨਕ ਰਸ ਦੇ ਵਿੱਚ ਡਰਾਉਣ ਵਾਲਾ ਕੋਈ ਭੂਤ ਹੋ ਸਕਦਾ, ਉਸ ਨੂੰ ਆਪਾਂ ਅਨੁਭਾਵ ਕਹਿ ਸਕਦੇ ਹਾਂ। ਅਤੇ ਉਸ ਨੂੰ ਆਪਾਂ ਵਿਭਾਵ ਕਹਿ ਸਕਦੇ ਹਾਂ। ਉਸ ਦੇ ਕਰਕੇ ਜੋ ਸਾਡੇ ਮਨ ਦੀ ਸਥਿਤੀ ਹੋਈ ਹੈ, ਜੋ ਸਾਡੇ ਹੱਥਾਂ ਪੈਰਾਂ ਦੀਆਂ ਹਰਕਤਾਂ ਹੋਈਆਂ ਹਨ, ਉਹਨਾਂ ਨੂੰ ਅਸੀਂ ਅਨੁਭਾਵ ਕਹਿ ਸਕਦੇ ਹਾਂ। ਅਤੇ ਉਸ ਦੇ ਨਾਲ ਜੋ ਡਰ, ਸ਼ੰਕਾ ਜਾਂ ਕੁਝ ਵੀ ਸਾਡੇ ਭਾਵ ਮਨ ਦੇ ਵਿੱਚ ਆਏ ਗਏ ਉਹ ਸਾਡੇ ਸੰਚਾਰੀ ਭਾਵ ਕਹਿ ਸਕਦੇ ਹਾਂ। ਕਿਸੇ ਡਰਾਉਣੀ ਚੀਜ਼ ਨੂੰ ਵੇਖ ਕੇ ਉਸ ਬਾਰੇ ਸੁਣ ਕੇ ਮਨ 'ਚ ਜੋ ਭਾਵ ਪੈਦਾ ਹੁੰਦਾ ਉਹੀ ਭੈ ਹੁੰਦਾ। ਅਤੇ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਹੀ ਜੋ ਰਸ ਪੈਦਾ ਹੁੰਦਾ ਉਹਨੂੰ ਭਿਆਨਕ ਰਸ ਕਹਿੰਦੇ ਹਨ। ਜਿਵੇਂ ਡਰਾਉਣੀਆਂ ਚੀਜ਼ਾਂ ਜਿਵੇਂ ਸ਼ੇਰ, ਹਨੇਰਾ, ਸੁੰਨਸਾਨ ਜਗ੍ਹਾ, ਸ਼ਮਸ਼ਾਨ, ਘੋਰ ਜੰਗਲ ਆਦਿ ਭਿਆਨਕ ਰਸ ਦੇ ਅਲੰਬਨ ਹਨ। ਡਰਾਉਣੀਆਂ ਆਵਾਜ਼ਾਂ, ਭਿਆਨਕ ਸਥਾਨ ਦੀ ਇਕਾਂਤਤਾ, ਮਾਰਖੰਡੇ ਪਸ਼ੂਆਂ ਦੀਆਂ ਹਰਕਤਾਂ ਇਹਦੇ ਉਦੀਪਨ ਵਿਭਾਵ ਹਨ।
ਸਰੀਰ ਦਾ ਕੰਬਣਾ, ਪਸੀਨਾ ਆਉਣਾ, ਮੂੰਹ ਪੀਲਾ ਹੋਣਾ, ਸ਼ੋਰ ਮਚਾਉਣਾ, ਇਹਦੇ ਅਨੁਭਾਵ ਨੇ। ਅਤੇ ਡੌਰ ਭੌਰ ਹੋਣਾ, ਬੇਹੋਸ਼ ਹੋਣਾ, ਇਹਦੇ ਸੰਚਾਰੀ ਭਾਵ ਨੇ। ਅਤੇ ਕਈ ਵਾਰੀ ਯੁੱਧ ਦੇ ਦ੍ਰਿਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਭਿਆਨਕ ਦ੍ਰਿਸ਼ ਸਿਰਜੇ ਜਾਂਦੇ ਨੇ ਜਿਹੜੇ ਸਾਨੂੰ ਭੈਮਾਨ ਕਰਦੇ ਆ, ਅਤੇ ਉਸ ਵੇਲੇ ਭਿਆਨਕ ਰਸ ਦੀ ਉਤਪਤੀ ਹੈ ਜਿਹੜੀ ਹੁੰਦੀ ਹੈ। ਇਸ ਤੋਂ ਬਾਅਦ ਹੈ ਸ਼ਾਂਤ ਰਸ। ਸ਼ਾਂਤ ਰਸ ਨੂੰ ਆਚਾਰੀਆ ਭਰਤ ਨੇ ਰਸ ਨਹੀਂ ਮੰਨਿਆ ਹੈ। ਉਹਨਾਂ ਨੇ ਪਹਿਲੇ 8 ਰਸਾਂ ਨੂੰ ਹੀ ਰਸ ਮੰਨਿਆ ਹੈ। ਵੈਸੇ ਇਸ ਦਾ ਸਥਾਈ ਭਾਵ ਹੈ ਨਿਰਵੇਦ ਜਾਂ ਸ਼ਮ, ਜਿਸ ਨੂੰ ਵਿਰਾਗ ਵੀ ਕਹਿ ਸਕਦੇ ਹਾਂ। ਜਦੋਂ ਸੰਸਾਰ ਦੀ ਜਿਹੜੀ ਛਿਣ ਭੰਗਰਤਾ ਉਸ ਨੂੰ ਦੇਖ ਕੇ ਮਨ ਦੇ ਵਿੱਚ ਵੈਰਾਗ ਪੈਦਾ ਹੋ ਜਾਵੇ, ਤਾਂ ਉਸ ਵੇਲੇ ਜੋ ਰਸ ਹੈ ਉਸ ਨੂੰ ਸ਼ਾਂਤ ਰਸ ਕਿਹਾ ਜਾਂਦਾ। ਵੈਸੇ ਸ਼ਾਂਤ ਰਸ ਨੂੰ ਬਾਕੀ ਪ੍ਰਮੁੱਖ ਰਸਾਂ ਦੇ ਵਿੱਚ ਆਚਾਰੀਆ ਨਹੀਂ ਗਿਣਦੇ। ਆਚਾਰੀਆ ਵਿਸ਼ਵਨਾਥ ਨੇ ਇਸ ਨੂੰ ਯੋਗ ਸਥਾਨ ਦਿੰਦਾ। ਅਤੇ ਸ਼ਮ ਤੋਂ ਭਾਵ ਮਨ ਦੇ ਸ਼ਾਂਤ ਹੋਣ ਤੋਂ ਹੈ, ਅਤੇ ਨਿਰਵੇਦ ਤੋਂ ਭਾਵ ਵਿਰਾਗ ਜਾਂ ਉਪਰਾਮਤ ਹੈ। ਪਰਮਾਤਮਾ ਦਾ ਗਿਆਨ ਜਦੋਂ ਹੋ ਜਾਵੇ ਜਾਂ ਸੰਸਾਰਕ ਸਥਿਰਤਾ ਬਾਰੇ ਇਨਸਾਨ ਨੂੰ ਪਤਾ ਲੱਗੇ, ਤਾਂ ਉੱਥੇ ਜੋ ਅਵਸਥਾ ਹੁੰਦੀ ਹੈ ਉਹ ਸ਼ਾਂਤ ਰਸ ਦੀ ਹੁੰਦੀ ਹੈ। ਇਹ ਰਸਾਂ ਤੋਂ ਇਲਾਵਾ ਵਤਸਲਿਆ ਜਾਂ ਭਗਤੀ ਰਸ ਦਾ ਜ਼ਿਕਰ ਵੀ ਬਾਅਦ ਦੇ ਆਚਾਰੀਆਂ ਨੇ ਕੀਤਾ। ਭਾਵੇਂ ਕਿ ਆਚਾਰੀਆ ਭਰਤ ਮੁਨੀ ਨੇ ਪਹਿਲੇ 8 ਰਸ ਨੂੰ ਹੀ ਰਸ ਮੰਨਿਆ ਸੀ। ਸ਼ਾਂਤ ਰਸ ਨੂੰ ਆਚਾਰੀਆ ਵਿਸ਼ਵਨਾਥ ਨੇ ਯੋਗ ਸਥਾਨ ਦਿੱਤਾ। ਬਹੁਤੇ ਆਚਾਰੀਆਂ ਨੇ ਉਸ ਬਾਰੇ ਕੋਈ ਬਹੁਤਾ ਮਹੱਤਤਾ ਨਹੀਂ ਦਿੱਤੀ। ਵਤਸਲਿਆ ਰਸ ਜੋ ਹੁੰਦਾ ਉਹ ਹੈ ਮਾਤਾ ਪਿਤਾ ਦਾ ਜੋ ਸੰਤਾਨ ਪ੍ਰਤੀ ਪਿਆਰ ਹੈ, ਉਸ ਨੂੰ ਵਤਸਲਿਆ ਕਹਿ ਸਕਦੇ ਹਾਂ ਆਪਾਂ। ਜਿਵੇਂ ਪੰਜਾਬੀ ਦੇ ਵਿੱਚ ਕਿੱਸਾ ਪੂਰਨ ਭਗਤ ਦੇ ਵਿੱਚ ਇਛਰਾਂ ਜਦੋਂ ਆਪਣੇ ਪੁੱਤਰ ਪੂਰਨ ਲਈ ਤੜਪਦੀ ਹੈ, ਤਾਂ ਉੱਥੇ ਜੋ ਰਸ ਪੈਦਾ ਹੁੰਦਾ ਹੈ ਉਹ ਵਤਸਲਿਆ ਰਸ ਦੀ ਉਦਾਹਰਨ ਹੈ। ਇਸੇ ਤਰ੍ਹਾਂ ਮਨੁੱਖ ਦਾ ਜੋ ਰੱਬ ਪ੍ਰਤੀ ਪ੍ਰੇਮ ਹੈ ਉਸਨੂੰ ਭਗਤੀ ਰਸ ਕਿਹਾ ਜਾਂਦਾ। ਅਤੇ ਪ੍ਰਮੁੱਖ ਦੇ ਰੂਪ ਦੇ ਵਿੱਚ ਆਚਾਰੀਆ ਭਰਤ ਅਨੁਸਾਰ 8 ਹੀ ਰਸ ਹਨ, ਅਤੇ ਬਾਅਦ ਦੇ ਆਚਾਰੀਆਂ ਨੇ ਸ਼ਾਂਤ ਰਸ, ਵਤਸਲਿਆ ਰਸ, ਭਗਤੀ ਰਸ ਆਦਿ ਹੋਰ ਰਸਾਂ ਦਾ ਵੀ ਜ਼ਿਕਰ ਕੀਤਾ ਹੈ। ਅੱਜ ਲਈ ਇੰਨਾ ਹੀ। ਧੰਨਵਾਦ।